ਜੇ ਤਸ ਪਾਚ ਪਚੀਸ ਭਏ ਸਤ ਹੋਏ ਹਜ਼ਾਰ ਨ ਲਾਖ ਮੰਗੇਗੀ। ਅਰਬ ਖਰਬ ਕੋ ਦਰਬ ਮੰਗੇ ਪ੍ਰਿਥਵੀ ਪਤ ਹੋਣ ਕੀ ਚਾਹ ਜਗੇਗੀ। ਸੁਰਗ ਪਤਾਲ ਕੋ ਰਾਜ ਮੰਗੇ ਅਤ ਹੀ ਅਤ ਸੇ ਅਰ ਆਗ ਲੱਗੇਗੀ। ਇਹ ਤਾਂ ਸਾਰਿਆਂ ਨੂੰ ਲੱਗ ਰਹੀ, ਇੰਨੇ ਚੋਂ ਕੋਈ ਹੈ ਜਿਹਨੂੰ ਸੰਤੋਖ ਹੈ। ਗੁਰੂਆਂ ਨੇ ਕਿਹਾ ਉਹ ਕਾਰਜ ਸਾਡੇ ਤੀਨ ਹੱਥ, ਇਹਨੂੰ ਸਾਡੇ ਤਿੰਨ ਹੱਥ। ਜੇ ਕੋਈ ਮਾੜਾ ਮੋਟਾ ਲੰਮਾ ਹੈ ਤਾਂ ਕਿ ਘਣੀ ਤਾਂ ਪੌਣੇ ਚਾਰ। ਸੰਤੋਖ ਨਹੀਂ ਕੀਤਾ ਵੀ ਮੇਰੇ ਕੋਲੇ ਤਾਂ ਕਿੰਨੇ ਬੰਦੇ ਜਿਹੜਾ ਖੇਤ ਇਹਦੇ ਚ ਸਮਾ ਜਾਣ, ਮੈਨੂੰ ਹੋਰ ਦੀ ਕੀ ਲੋੜ ਹੈ। ਮੇਰੇ ਕੋਲੇ ਧਨ ਹੈ ਜਿਹੜਾ ਇਹਦੇ ਨਾਲ ਕਿੰਨੇ ਲੋਕ ਪਲ ਸਕਦੇ ਆ। ਤੇ ਫਿਰ ਕੀ ਗਾਏ ਗਾਹੇ ਗਾ। ਸਿੱਖ ਨਾਨਕ ਜੀ ਦੇ, ਸਿੱਖ ਗੁਰੂ ਅਰਜਨ ਦੇਵ ਜੀ ਦੇ, ਸਿੱਖ ਗੁਰੂ ਅਮਰਦਾਸ ਰਾਮਦਾਸ ਦੇ ਤੇ ਸਿੱਖ ਗੁਰੂ ਗੋਬਿੰਦ ਸਿੰਘ ਦੇ। ਤੇ ਤਿਆਗ ਦੀ ਪ੍ਰਵਿਰਤੀ ਹੈ ਜੇ ਕਿਸੇ ਦੇ ਅੰਦਰ ਜਾਗੀ ਨਹੀਂ। ਸੰਗ੍ਰਹਿ ਦੀ ਪ੍ਰਵਿਰਤੀ ਹੈ ਸਾਰਿਆਂ ਦੇ ਅੰਦਰ, ਸੰਗ੍ਰਹਿ ਦੀ ਪ੍ਰਵਿਰਤੀ ਹੈ। ਤੇ ਤਿਆਗ ਦੀ ਕਦੋਂ ਆਊਗੀ? ਬਾਤ ਤਾਂ ਇਹ ਰਹੇਗੀ ਵੀ ਸਾਧ ਸੰਤ ਜਿਹੜੇ ਆ ਇਹਨਾਂ ਤੋਂ ਤਿਆਗ ਦੀ ਪ੍ਰਵਿਰਤੀ ਆਉਣੀ ਸੀ। ਵੀ ਨਾਨਕ ਜੀ ਦੀ ਤਿਆਗ ਦੀ ਪ੍ਰਵਿਰਤੀ ਸੀ। ਸਿੱਖਾਂ ਨੂੰ ਤਿਆਗ ਦੀ ਪ੍ਰਵਿਰਤੀ ਚਾਹੀਏ। ਅੱਛਾ, ਕਾਹਤੋਂ ਨਹੀਂ ਹੁੰਦੀ? ਇਹ ਨੁਕਸ ਲੱਭੋ ਆਪਣਾ। ਵਿਵੇਕ, ਵੈਰਾਗ, ਖਟਸੰਤੀ, ਮੋਕਸ਼ ਦੀ ਇੱਛਾ ਇਹ ਇਹਦੇ ਹਿਰਦੇ ਚ ਜਾਗੀ ਨਹੀਂ। ਜਿਹੜੇ ਪਾਠ ਪੜ੍ਹਦੇ ਆ, ਪੜੋ ਪਾਠ 1000 ਵਾਰੀ ਪੜੋ। ਜਿਹੜਾ ਪੜਿਆ ਹੈ ਇਹਨੂੰ ਵਿਚਾਰਿਆ ਵੀ ਹੈ ਵੀ ਮੈਂ ਕੀ ਕੀਤਾ। ਜਿਹੜਾ ਪੜਿਆ ਇਹਦਾ ਕੀ ਮੈਨੂੰ ਉਪਦੇਸ਼ ਹੋਇਆ। ਤਾਂ ਇੱਥੋਂ ਇਹ ਰਹੇਗਾ ਵੀ ਨਹੀਂ ਮੈਂ ਘੰਟੇ ਚ 40 ਪੱਤਰੇ ਪੜ੍ਹ ਦਿੰਦਾ। ਲੈ ਸਪੀਡਾਂ ਦੱਸਦੇ ਆ ਭਲਿਓ, ਜੇ 2 ਪੱਤਰੇ ਪੜ੍ਹ ਲੈ ਘੰਟੇ ਚ ਤਾਂ ਵੀ ਕੋਈ ਹਰਜ ਨਹੀਂ, ਜੇ 5 ਪੜ੍ਹ ਲੈ ਤਾਂ ਵੀ ਕੋਈ ਹਰਜ ਨਹੀਂ। ਇਹਦਾ ਵਿਗਿਆਨ ਤੇਰੇ ਹਿਰਦੇ ਚ ਬੈਠਾ ਕਿ ਨਹੀਂ ਜਿਹੜਾ ਤੂੰ ਪੜ੍ਹਿਆ। ਤਾਂ ਇਹ ਹੋਏਗਾ ਵੀ ਜੀ ਮੈਂ ਤਾਂ 5 ਬਾਣੀਆਂ ਪੜ੍ਹਦਾ। ਅੱਛਾ ਚੰਗਾ, 5 ਬਾਣੀਆਂ ਚੋਂ ਕੁਛ ਤੈਨੂੰ ਲੱਭਦਾ। ਜਦੋਂ ਖੁਰਾਕ ਦੀਆਂ ਜੀ 4 ਗੋਲੀਆਂ ਦਿੱਤੀਆਂ ਡਾਕਟਰ ਨੇ ਤੇ 4 ਗੋਲੀਆਂ ਲੈ ਕੇ ਇਹ ਵੀ ਕਿਹਾ ਹੈ ਕਿ 4 ਘੰਟੇ ਕੁਛ ਮੂੰਹ ਚ ਨਹੀਂ ਪਾਉਣਾ। ਉਹਦੇ ਨਿਯਮ ਹੈ। ਤਾਂ ਇਹ ਬਾਣੀਆਂ ਪੜ੍ਹਨ ਦੇ ਵੀ ਨਿਯਮ ਹੈ ਵੀ 5 ਬਾਣੀਆਂ ਪੜ੍ਹ ਕੇ ਕਿਸੇ ਚੀਜ਼ ਦਾ ਲੋਭ ਨਹੀਂ ਜਗਾਉਣਾ, ਕਿਸੇ ਨਾਲ ਕ੍ਰੋਧ ਨਹੀਂ ਕਰਨਾ, ਕਿਸੇ ਨੂੰ ਪਰਾਇਆ ਨਹੀਂ ਸਮਝਣਾ, ਤਾਂ ਕਿਸੇ ਦੀ ਹੱਤਿਆ ਨਹੀਂ ਕਰਨੀ। ਕਿ ਮੈਨੂੰ ਕਹਿੰਦੇ ਜਿਵੇਂ ਵੀ ਹੈ ਮੈਂ 5 ਬਾਣੀਆਂ ਪੜ੍ਹ ਕੇ ਹਟਿਆ ਹਾਂ। 5 ਬਾਣੀਆਂ ਦਾ ਮੈਂ ਮਹੱਤ ਯਾਰ ਤੂੰ ਬਈ ਹੈ ਸਿਆ ਕਮਾਲ ਹੋ ਗਈ। ਨਾ ਕਿਸੇ ਨਾਲ ਗੱਲ ਕਰਦਾ, ਨਾ ਝਗੜਦਾ, ਨਾ ਲੜਦਾ, ਨਾ ਕੋਈ ਸੰਗ੍ਰਹਿ ਕਰਦਾ। ਬਈ ਮੈਂ ਇਸ ਲਈ ਨਹੀਂ ਕਰਦਾ ਕਿ ਮੈਂ 5 ਬਾਣੀਆਂ ਪੜ੍ਹਦਾ, ਮੈਨੂੰ ਉਹਨਾਂ ਚੋਂ ਸੰਤੋਖ ਮਿਲਦਾ। ਕਿੱਡਾ ਵਧੀਆ। ਜਦੋਂ ਤੁਹਾਨੂੰ ਸੰਤੋਖ ਹੀ ਨਹੀਂ ਮਿਲਦਾ ਤਾਂ ਫਿਰ ਕੀ ਕਸਰ ਹੈ ਤੁਹਾਡੇ ਚ? ਤਾਂ ਇਹਦੀ ਬਾਣੀਆਂ ਪੜ੍ਹਦਾ ਤਾਂ ਉਹ ਵੇਲੇ ਇੱਥੋਂ ਵਿਚਾਰਨਾ ਪਊਗਾ ਗੁਰਬਾਣੀ ਦੀ ਮਹਿਮਾ ਐਦੋਂ ਵੱਡੀ ਨਰਾਦਰੀ ਕੀ ਹੈ ਕਿ ਇਹਨੂੰ ਨਿੱਤ ਪੜ੍ਹ ਕੇ ਇੱਕ ਵੀ ਕਦਮ ਨਹੀਂ ਉਧਰ ਚੱਲੇ ਜਿੱਧਰ ਬਾਣੀ ਤੋਰਦੀ ਸੀ। ਤਾਂ ਇਦੋਂ ਵੱਡਾ ਨਰਾਦਰ ਹੋਰ ਕੌਣ ਕਰ ਰਿਹਾ?
ਇਹ ਨਹੀਂ, ਇਹਦੇ ਹੁਕਮ ਮੰਨੋ ਤਾਂ ਹੁਕਮ ਮੰਨਣ ਦਾ ਨਾਮ ਗਿਆਨੀ ਪੁਰਸ਼ ਹੈ। ਆਪਣੇ ਗਿਆਨ ਵਿੱਚ ਖੜੇ। ਜੇ ਗਿਆਨ ਹੀ ਨਹੀਂਗਾ ਤਾਂ ਫਿਰ ਗਿਆਨੀ ਬਸ ਉੱਥੇ ਠੀਕ ਠਾਕ ਹੀ। ਹੁਣ ਜ਼ਿਆਦਾ ਬਾਤਾਂ ਕੀ ਕਹਿਣੀਆਂ। ਇਹ ਹੈਗਾ ਗੁਰਬਾਣੀ ਦੀ ਮਹਿਮਾ, ਜਿਹੜਾ ਸਿੱਖ ਪੰਥ ਸੀਗਾ ਉਹ ਪ੍ਰਗਟ ਨਹੀਂ ਕਰ ਸਕੇ। ਜਿਹੜੀਆਂ ਕਰਨੀਆਂ ਸੀ ਉੱਥੇ ਚਰਚਾ ਹੁੰਦੀ ਹੈ, ਆਹ ਹੀ ਚਰਚਾ ਹੋਈ ਜਾਂਦੀ ਹੈ ਗੁਰਦੁਆਰਿਆਂ 'ਚ। ਉਹ ਬਾਦਲ ਲੁੱਟ ਗਿਆ, ਉਹ ਟੌੜਾ ਲੁੱਟ ਗਿਆ, ਉਹ ਫਲਾਨਾ ਗੁਰਦੁਆਰੇ ਨੂੰ ਲੁੱਟ ਗਿਆ, ਉਹ ਲੌਂਗੋਵਾਲ ਲੁੱਟ ਗਿਆ। ਲੁੱਟਾਂ ਦੀਆਂ ਹੀ ਗੱਲਾਂ ਲੈ। ਉਹ ਗ੍ਰੰਥ ਸਾਹਿਬ ਦੇ ਕੋਲੇ ਹੋ ਕੇ ਲੁੱਟਾਂ ਘਸੁੱਟਾਂ ਦੀਆਂ ਗੱਲਾਂ ਤੁਹਾਨੂੰ ਕਿਹਾ ਕਿਹਨੇ ਆ? ਇਹਦੇ 'ਚ ਇਹ ਹੈ ਗੱਲ? ਤੇ ਇੱਥੇ ਕਾਲ ਤਖਤ ਤੇ ਬਹਿ ਕੇ ਵੀ ਲੁੱਟਾਂ ਘਸੁੱਟਾਂ ਦੀਆਂ ਗੱਲਾਂ, ਹਰਮੰਦਰ 'ਚ ਬਹਿ ਕੇ ਵੀ ਲੁੱਟਾਂ ਘਸੁੱਟਾਂ ਦੀਆਂ ਗੱਲਾਂ, ਗੁਰਦੁਆਰਿਆਂ ਦੇ ਵਿੱਚ ਬਹਿ ਕੇ ਵੀ ਈਰਖਾ ਵਖੀਲੀ ਦੀਆਂ ਗੱਲਾਂ। ਓਏ ਭਲਿਓ, ਉਹ ਕਿਹੜਾ ਸਥਾਨ ਭਾਲੋਗੇ ਕਿ ਜਿਸ ਸਥਾਨ ਤੇ ਅਕੇ ਸੋਈ ਸਥਾਨ ਬਤਾਵੋ ਮੀਤਾ, ਜਹਾਂ ਮੈਂ ਹਰ ਹਰ ਕੀਰਤਨ ਨੇਕਾ। ਜਿੱਥੇ ਹਰੇ ਹਰੇ ਹਰੀ ਓਮ ਹਰੀ ਓਮ ਵਾਹਿਗੁਰੂ ਹਰੀ ਓਮ ਸਤਨਾਮ, ਉਹ ਬਤਾਓ ਥਾਂ ਜਿੱਥੇ ਮੇਰੇ ਅੰਦਰੋਂ ਇਹ ਆਵਾਜ਼ ਉੱਠੇ। ਬਤਾਓ ਉਹ ਥਾਂ ਕਿਹੜਾ? ਤਾਂ ਅਸੀਂ ਕਹਾਂਗੇ ਗੁਰਦੁਆਰਾ। ਤੇ ਗੁਰਦੁਆਰੇ 'ਚ ਤਾਂ ਦਵਾਈਆਂ ਦੇ ਹੀ ਜਾਂਦੇ ਆ ਵੀ ਫਲਾਨਾ ਲੁੱਟ ਗਿਆ, ਧਮਾਣਾ ਲੁੱਟ ਗਿਆ, ਇਹ ਕਰ ਗਿਆ। ਉਹਦੀ ਪੜਤਾਲ ਕਰੋ, ਉਹ ਫਲਾਨਾ ਕੁਛ ਖਾ ਗਿਆ। ਓਏ ਭਲਿਓ, ਉਹ ਥਾਂ ਕਿਹੜਾ ਜਿੱਥੇ ਤੁਸੀਂ ਇਹ ਕੰਮ ਛੱਡੋਗੇ? ਸਾਨੂੰ ਗੁਰਦੁਆਰੇ ਮਿਲੇ ਸੀ ਵੀ ਇੱਥੇ ਤਾਂ ਕੁਝ ਚਿਰ ਸੰਤੋਖ ਨਾ ਬਹਿ ਜਿਓ। ਇੱਥੇ ਵੀ ਈਰਖਾ ਵਖੀਲੀਆਂ, ਇਹ ਕੰਮ, ਦੂਜੇ ਦੀ ਨਿੰਦਿਆ, ਦੂਜੇ ਦੀ ਉਪਮਾ। ਤਾਂ ਗੁਰੂਆਂ ਨੇ ਕੀ ਕਿਹਾ? ਉਸਤਤ ਨਿੰਦਿਆ ਦੋਹੋ ਬੇਵਰਜਤ, ਤਾਂ ਜੋ ਮਾਨ ਅਪਮਾਨਾ। ਜਿਹੜਾ ਜਾਂਦਾ ਉਹਦੇ ਰਵਾਦਾਰ ਉੱਠ ਕੇ ਸਾਫਾ ਪਾਉਂਦੇ। ਇਹ ਮਾਨ ਭਾਲਦੇ ਅਪਮਾਨ ਤੋਂ ਡਰਦੇ ਵੀ ਕੀ ਇਹ ਕਰਕੇ ਆਇਆ। ਇਹ ਵੀ ਈਰਖਾ ਵਖੀਲੀ ਦੀਆਂ ਗੱਲਾਂ ਸੁਣਾਉਂਦਾ। ਘਰੇ ਵੀ ਈਰਖਾ ਵਖੀਲੀ ਦੀਆਂ, ਨੇਤਾ ਲੋਕ ਵੀ ਈਰਖਾ ਵਖੀਲੀ ਦੀਆਂ, ਵਪਾਰੀ ਲੋਕ ਵੀ ਈਰਖਾ ਵਖੀਲੀ ਦੀਆਂ, ਕਿਸਾਨ ਵੀ ਈਰਖਾ ਵਖੀਲੀ ਦੀਆਂ। ਇਹ ਜਗਤ ਐਂ ਚੱਲਦਾ ਵੀ ਕੁਛ ਇੱਕ ਥਾਂ ਤਾਂ ਛੱਡ ਲਓ ਜਿੱਥੇ ਕੋਈ ਈਰਖਾ ਵਖੀਲੀ ਨਹੀਂ, ਚੁਗਲੀ ਨਿੰਦਿਆ। ਉਹ ਕਿਹੜਾ ਥਾਂ ਜਿੱਥੇ ਚੁਗਲੀ ਨਿੰਦਿਆ ਨਹੀਂ? ਧਾਰਮਿਕ ਸਥਾਨਾਂ ਤੇ ਚੁਗਲੀ ਨਿੰਦਿਆ ਸ਼ੁਰੂ ਹੁੰਦੀ ਹੈ। ਓਏ ਯਾਰ, ਅਫਸੋਸ ਕਿ ਜਿੱਥੇ ਇਹ ਛੱਡਣੀਆਂ ਸੀ ਉੱਥੋਂ ਇਹ ਸ਼ੁਰੂ ਹੋਣ ਲੱਗ ਗਈਆਂ। ਕਿਉਂ ਲੱਗ ਗਈਆਂ? ਕਿ ਗੁਰਬਾਣੀ ਦਾ ਦਰਸ਼ਨ ਦੂਰੋਂ ਅਲਮਾਰੋਂ ਮਾਲਿਆਂ 'ਚ ਵਲੇਟਿਆਂ ਦਾ ਕਰਦੇ ਆ, ਉਹਦੀ ਖੋਜ ਨਹੀਂ ਕਰਦੇ ਵੀ ਬਾਣੀ ਮੈਨੂੰ ਕੀ ਆਦੀ ਹੈ। ਉਹ ਗਾਹਾਂ ਕੋਈ ਤਰਾਂਗ, ਗਾਂ ਸੋ ਗਾਂ, ਗਾਂ ਸੋ ਗਾਂ, ਪਿੱਛੇ ਮੁੜਦਾ ਹੀ ਨਹੀਂ ਵੀ ਆਇਓ ਬੀਤ ਗਈ। ਅਕੇ ਪੁਰਾਣੇ ਹਰ ਜਪ ਜਨਮ ਗਇਓ। ਉਹ 70 ਸਾਲ ਦਾ ਹੋ ਗਿਆ, 60 ਸਾਲ ਇਸ ਸਰੀਰ ਦੇ ਬਤਾ ਲੇ। ਕੀ ਕੀਤਾ? ਭੋਗੇ ਨਵੇਂ ਲਾਤੇ, ਪੁਰਾਣੇ ਲਾਤੇ ਨਵੇਂ ਪਾਲੇ, ਬੂਟ ਬਦਲ ਲੇ, ਪਗੜੀ ਪਟਿਆਲੇ ਸ਼ਾਹੀ ਬਦਲਣੀ ਸ਼ੁਰੂ ਕਰਤੀ। 2-2 ਘੰਟੇ ਪਗੜੀ ਸਜਾਉਣੇ ਦੇ ਲਾਉਣੇ। ਇਹ ਸਰੀਰ ਦੇ ਉੱਤੇ ਤੁਰੇ ਜਾਂਦੇ ਵੀ ਵਲੀ ਜਾਂਦੀ ਹੈ। ਤਾਂ ਇਹ ਕਿਸ ਪਾਸੇ ਨੂੰ ਜਾਂਦੇ? ਸ਼ੌਂਕ ਸ਼ਕੀਨੀ। ਗੁਰਬਾਣੀ ਸੰਤਾਂ ਦਾ ਮੱਤ, ਸੰਤਾਂ ਦੀ ਬਾਣੀ ਹੈ। ਇਹ ਕੇਵਲ ਸਤ ਦਾ ਪ੍ਰਤੀਪਾਦਨ ਕਰਦੇ। ਤਤ ਕਥਨੰ, ਤਤ ਚਿੰਤਨੰ, ਤਤ ਅਨਿਯਮ ਅਨਪਰਬੋਧਨ। ਇਹ ਤਤ ਦਾ ਚਿੰਤਨ ਮੰਨਣ ਕਰਦੇ। ਉਹ ਤਤ ਬਾਰੇ ਕੀ ਹੈ? ਉਹ ਆਤਮਾ। ਇਹ ਉਹ ਸਰੀਰ ਹੈ ਕਿ ਜਿਹਦੇ ਮਹਿਮਾ ਦੀ ਬਾਣੀ ਭਰੀ ਪਈ ਹੈ। ਵੇਖੋ
ਭੋਗਾ ਅਚਰਜ ਹੈ ਕਿ ਇਹ ਜਿਹੜੇ ਮਨੁੱਖ ਸਰੀਰ ਬੈਠੇ ਐ ਇਹਨਾਂ ਦੀ ਮਹਿਮਾ ਦੀ ਬਾਣੀ ਗ੍ਰੰਥ ਸਾਹਿਬ ਭਰਿਆ ਪਿਆ ਵੀ ਮੇਰੀ ਇੰਨੀ ਮਹਿਮਾ ਤੇ ਤੂੰ ਆਪਣੀ ਮਹਿਮਾ ਨੂੰ ਕੁਛ ਵੀ ਨਹੀਂ ਪਛਾਣਦਾ। ਤਾਂ ਆਪਣੀ ਮਹਿਮਾ ਨੂੰ ਪਛਾਣੋ, ਆਪਣੇ ਵਿਗਿਆਨ ਨੂੰ ਅੱਗੇ ਜਗਾਵੋ। ਅੱਗੇ ਜੋ ਜਾਂਦੇ ਸੀਗੇ ਗੁਰੂਆਂ ਦੇ ਕੋਲੇ ਸੰਤਾਂ ਕੋਲੇ ਜਾਂਦੇ, ਉਹ ਸੰਤਾਂ ਨੂੰ ਉਪਦੇਸ਼ ਸਤ ਦਾ ਕਰਦੇ। ਹੁਣ ਸੰਤਾਂ ਕੋਲੇ ਜਾਂਦੇ ਐ, ਸੰਤਾਂ ਨੂੰ ਉਪਦੇਸ਼ ਕੀ ਕਰਦੇ? ਬਾਬਾ ਜੀ ਮੈਂ ਨਹੀਂ ਮਿਲੀ ਕੱਲ ਦੀ, ਬਾਬਾ ਜੀ ਮੁੰਡਾ ਦੁੱਧ ਨਹੀਂ ਚੁੰਗਦਾ, ਬਾਬਾ ਜੀ ਇਹ ਹੋ ਗਿਆ, ਓਏ ਬਾਬਾ ਜੀ ਟੂਣੇ ਕਰਨ ਲੱਗ ਗਏ। ਬਾਣੀ ਦੇ ਐਂ ਕਰੀ ਬਈ ਇਹ ਸੰਕਟ ਮੋਚਨ ਦੇ 2 ਪਾਠ ਕਰ ਲੈ, ਇਹ ਐਸ ਦੇ ਇਹ ਕਰ ਲਈ। ਓਏ ਭਲਿਓ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਬਾਣੀ ਕੀ ਹੈ। ਇਹ ਤੁਹਾਨੂੰ ਉੱਥੇ ਪਹੁੰਚਾ ਦੇਗੀ ਜਹਾਂ ਕੇ ਤਹਾਂ ਕਬੀਰਾ ਪਹੁੰਚ ਗਏ, ਜਹਾਂ ਨਾ ਰਾਮ ਖੁਦਾਏ। ਜਿੱਥੇ ਰਾਮ ਖੁਦਾ ਵੀ ਨਹੀਂ ਪਹੁੰਚਦੇ, ਇਹ ਬਾਣੀ ਤੁਹਾਨੂੰ ਉੱਥੇ ਇਸਤਤ ਕਰਨ ਵਾਲੀ ਹੈ। ਪਰ ਹੋਏ ਨਹੀਂ ਕੋਈ ਹੋਇਆ, ਜਿਹੜੇ ਹੋਏ ਆ ਉਹ ਇਹਨਾਂ ਦਾ ਪਤਾ ਨਹੀਂ। ਇਸ ਕਰਕੇ ਇਹ ਗੁਰਬਾਣੀ ਹੈ ਜਿਹੜੀ ਬਹੁਤ ਮਹੱਤ ਰੱਖਦੀ ਹੈ। ਗੁਰਬਾਣੀ ਕੋਈ ਮਾਮੂਲੀ ਚੀਜ਼ ਨਹੀਂ ਗੀ। ਤੇ ਇਹ ਲੋਕਾਂ ਨੇ ਇੱਕ ਸੌਦੇਬਾਜ਼ੀ ਬਣਾ ਛੱਡੀ ਹੈ, ਫੀਸਾਂ ਵਧਾਤੀਆਂ। ਅੱਜ ਖੰਡ ਪਾਠ ਦੇ ਇੰਨੇ, ਅੱਜ ਪਾਠੀਆਂ ਨੇ ਮੀਟਿੰਗ ਕੀਤੀ ਹੈ, ਅੱਜ ਕੀਰਤਨੀਆਂ ਨੇ ਮੀਟਿੰਗ ਕੀਤੀ ਹੈ। ਤਾਂ ਉਹ ਤੋਂ ਇਹ ਲੈਣਾ ਹੈ ਵੀ ਤੁਹਾਡੀ ਮੀਟਿੰਗ ਕੀਰਤਨ ਕਰਨ ਚੋਂ, ਕੀਰਤਨ ਜਿਹੜੇ ਲੋਕ ਕਰਦੇ ਆ ਸਰੋਤ ਦਾ ਸਵਾਦ ਲੈਂਦੇ, ਪਾਠ ਦਾ ਸਵਾਦ ਲੈਂਦੇ। ਇਹ ਸਵਾਦ ਫਲ ਨਹੀਂਗਾ, ਇਹਦਾ ਫਲ ਅੰਮ੍ਰਿਤ ਮੁਕਤ ਫਲ ਹੈ। ਮੁਕਤ ਹੋਏ ਆ ਕਿ ਨਹੀਂ? ਮੈਂ ਕੀਰਤਨ ਸੁਣਦਾ ਰਿਹਾ, ਮੈਨੂੰ ਸੰਸਾਰ ਭਰਮ ਮੁੱਕ ਗਿਆ। ਤਾਂ ਪੁੰਨ ਪਾਪ ਇਹ 8 ਹਨ। ਜਨਮ ਮਰਨ ਗਮਨ ਆਗਮਨ, ਪੁੰਨ ਪਾਪ ਸੁਖ ਖੇਦ, ਨਿਜ ਸਰੂਪ ਮੈਂ ਭਾਨ ਹੋਏ, ਪ੍ਰਾਪਤੀ ਬਖਾਨੀ ਬੇਦ। ਇਹ 8 ਪ੍ਰਕਾਰ ਦੀਆਂ ਪ੍ਰਤੀਤੀਆਂ ਹੁੰਦੀਆਂ ਕਿਹੜੀਆਂ? ਕਿ ਜਨਮ ਤੇ ਮਰਨ, ਪੁੰਨ ਤੇ ਪਾਪ, ਆਉਣਾ ਤੇ ਜਾਣਾ, ਤੇ ਸੁੱਖ ਤੇ ਦੁੱਖ। ਜਿਹੜੇ ਮਾਲਮ ਫਿਰਦੇ ਇਹ ਸਭ ਭਰਮ ਹੈ। ਭਰਮ ਦੂਰ ਹੋਇਆ ਕਿ ਨਹੀਂ ਇਹ ਬਤਾਓ। ਇਹ ਭਰਮ ਤਾਂ ਦੂਰ ਨਹੀਂ ਹੋਇਆ। ਤਾਂ ਅੱਗੇ ਲਿਆ ਕੇ ਹੋਰ ਲੋਕਾਂ ਨੂੰ ਕਿਰਪਾ ਕਰੋ। ਤੁਸੀਂ ਤਾਂ ਭਰਮ ਚ ਡੁੱਬੇ, ਲੋਕਾਂ ਦਾ ਭਰਮ ਮਤ ਵਧਾਓ। ਲੋਕਾਂ ਦਾ ਟੁੱਟਦਾ ਨਹੀਂ ਤਾਂ ਉਹਨਾਂ ਕੀ ਰਹਿਣ ਦੇ ਜਿੰਨੇ ਫਸੇ ਐ, ਇਹਨਾਂ ਨੂੰ ਹੋਰ ਨਾ ਫਸਾਓ। ਸੋ ਇੱਥੇ ਵਿਚਾਰ ਸਮਾਪਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।